ਸਵਈਆ 10 4 ਸੁਭਾਉਣ ਰਚੇ ਜਿਨ ਕੇ। ਕਹਿੰਦੇ ਹੈ ਜਿਨ ਕੇ, ਜਿਨ੍ਹਾਂ ਦੇ 10 4 14 ਭਉਣ ਲੋਕ। ਭਉਣ ਕਹੀਏ ਘਰ ਵੀ ਹੁੰਦਾ, ਭਉਣ ਕਹੀਏ ਲੋਕ। ਲੋਕ 14 ਲੋਕ ਰਚੇ ਬਣਾਏ ਹੋਏ ਹਨ। ਇੱਕ ਆਹੇ ਬਲੀ ਭਵ ਮੰਡਲ ਮਾਹੀ। ਇੱਕ ਜਿਹੇ ਜੇ ਵੀ ਜਿਹੜੇ ਇੱਕ ਆਹੇ, ਇੱਕ ਜਿਹੇ, ਇੱਕ ਦਾ ਅਰਥ ਇੱਕ ਜਿਹੇ ਵੀ ਬਲੀ ਜਿਹੜੇ ਹੈ, ਬਲੀ ਬਲ ਵਾਲੇ ਲੋਕ ਹੈ। ਭਵ ਮੰਡਲ, ਇਹ ਸੰਸਾਰ ਮੰਡਲ ਦੇ ਵਿੱਚ ਆਹੇ ਕਹੀਏ ਹੈ ਹਨ। ਆਹੇ ਦਾ ਅਰਥ ਹਨ ਵੀ, ਆਹੇ ਦਾ ਅਰਥ ਹੈ ਵੀ। ਇੱਕ ਐਸੇ ਬਲ ਵਾਲੇ ਸੰਸਾਰ ਮੰਡਲ ਵਿੱਚ ਹੈ ਜਿਨ੍ਹਾਂ ਦੇ 10 4 ਭਾਵ 14 ਭਉਣ ਲੋਕ ਰਚੇ ਹੋਏ ਸੁਭਾਏਮਾਨ ਹਨ। ਭਾਵ ਬ੍ਰਹਮਾ ਜੀ ਨੇ ਹੁਣ 14 ਲੋਕ ਹੀ ਰਚੇ ਹੈ। 10 ਪ੍ਰਜਾਪਤ ਵਰਗੇ ਅਨੇਕਾਂ ਰਾਜੇ ਹੋਏ ਹੈ, ਜਿਨ੍ਹਾਂ ਨੇ ਕਈ ਮੁਲਕ ਸ਼ਹਿਰ ਰਚੇ, ਅਨੰਤ ਪ੍ਰਕਾਰ ਦੀ ਰਚਨਾ ਕੀਤੀ। 10,000 ਦੀ ਕੰਨਿਆ ਸਨ 10 ਪ੍ਰਜਾਪਤ ਦੀਆਂ। ਉਹ ਬਚਿੱਤਰ ਨਾਟਕ 'ਚ ਆਉਂਦਾ ਉਹਨਾਂ ਦਾ ਪ੍ਰਸੰਗ। ਅਦਿਤੀ, ਦਿਤੀ, ਕਦਰੂ ਸਭ ਇਹਦੀਆਂ ਹੀ ਲੜਕੀਆਂ ਸਨ। ਅਤੇ ਉਹ ਇਹੋ ਜਿਹੇ ਬਲੀ ਹੋਏ ਹਨ। ਜਿਨ ਕੇ 10 4 ਸੁਭਾਉਣ ਬਲੀ। ਫਿਰ ਇੱਕ ਅਜਿਹੇ ਬਲੀ ਬਲ ਵਾਲੇ ਰਾਜੇ ਹੋਏ ਹੈ ਜਿਨ੍ਹਾਂ ਦੀ ਆਪਣੀ ਤਾਕਤ ਨਾਲ 10 4 14 ਹੀ ਭਉਣ, 14 ਹੀ ਲੋਕ ਜਿਹੜੇ ਹੈ ਜਿਨ ਕੇ ਜਿੱਤ ਕੇ ਅਤੇ ਆਪਣੇ ਅਧੀਨ ਕੀਤੇ ਹੋਏ ਸਨ। ਇੱਕ ਐਸੇ ਵੀ ਹੋਏ ਆ ਜੋ ਇਹਨਾਂ 14 ਲੋਕਾਂ ਦੇ ਵਿੱਚ ਬੜੇ ਬਲੀ ਹੋਏ ਹੈ। ਇੱਕ ਤਿਆਗ ਗਏ ਤ੍ਰਿਣ ਜਿਉ ਧਰ ਮਾਹੀ। ਅਤੇ ਇੱਕ 14 ਲੋਕਾਂ ਵਿੱਚ ਐਸੇ ਹੋਏ ਮਹਾਂਪੁਰਸ਼ ਜਿਹੜੇ ਰਾਜ ਭਾਗ ਨੂੰ ਧਰ ਕਹੀਏ ਧਰਤੀ, ਮਾਹੀ ਕਹੀਏ ਵਿੱਚ, ਤ੍ਰਿਣ ਕਹੀਏ ਕੱਖ, ਜਿਉਂ ਵਾਂਗ। ਕੱਖ ਵਾਂਗ ਹੀ ਨਿਕੰਮੇ ਜਾਣ ਕੇ ਰਾਜ ਭਾਗ ਨੂੰ ਤਿਆਗ ਛੱਡ ਗਏ ਹਨ। ਉਹ ਕੌਣ? ਪਰਸੁਰਾਮ ਵੀ ਹੋਇਆ ਹੈ। ਅਤੇ ਪਰਸੁਰਾਮ ਨੇ 21 ਵਾਰ ਛਤਰੀਆਂ ਨੂੰ ਮਾਰਿਆ। ਉਹਨਾਂ ਕੋਲੋਂ ਰਾਜ ਖੋਹ ਕੇ ਬ੍ਰਾਹਮਣਾਂ ਨੂੰ ਦਿੱਤਾ, ਪਰ ਆਪ ਗ੍ਰਹਿਣ ਨਹੀਂ ਕੀਤਾ। ਇਹੋ ਜਿਹੇ ਬਲੀ ਹੋਏ ਆ ਜਿਨ ਕੇ 10 4 ਸੁਭਾਉਣ ਬਲੀ। ਭਾਵ ਇੱਕ ਇਹੋ ਜਿਹੇ ਬਲੀ ਬਲ ਬਲ ਵਾਲੇ ਰਾਜੇ ਹੋਏ ਆ ਜਿਨ੍ਹਾਂ ਨੇ ਆਪਣੀ ਤਾਕਤ ਨਾਲ ਹੀ 10 4 14 ਭਉਣ ਲੋਕਾਂ ਨੂੰ ਜਿਨ ਕੇ ਜਿੱਤ ਲਿਆ ਸੀ। ਅਤੇ ਇੱਕ ਤੇ ਰਾਜ ਭਾਗ ਨਹੀਂ ਜਿੱਤ ਲਿਆ ਸੀ ਅਤੇ ਰਾਜ ਭਾਗ ਕਰਨ ਲੱਗ ਪਏ 14 ਲੋਕਾਂ ਦੇ ਰਾਜ ਨੂੰ ਆਪਣੇ ਅਧੀਨ ਕਰ ਲਿਆ। ਇੱਕ ਤਿਆਗ ਗਏ ਤ੍ਰਿਣ ਜਿਉਂ ਧਰ ਮਾਹੀ। ਅਤੇ ਇੱਕ ਇਹੋ ਜਿਹੇ ਰਾਜੇ ਹੋਏ ਆ, ਮਹਾਂਪੁਰਸ਼ ਹੋਏ ਆ ਜਿਹੜੇ ਸਾਰੇ ਰਾਜ ਭਾਗ ਨੂੰ ਜਿੱਤ ਜੁੱਤ ਕੇ ਵੀ ਤਿਆਗ ਗਏ। ਤ੍ਰਿਣ ਜਿਉਂ, ਤ੍ਰਿਣ ਕੱਖਾਂ ਦੇ ਵਾਂਗ ਹੀ ਧਰਤੀ ਵਿੱਚ। ਇਹੋ ਜਿਹੇ ਹੋਏ ਆ ਜਿਨ੍ਹਾਂ ਨੇ ਕੱਖਾਂ ਵਾਂਗ ਹੀ ਇਹ ਸਭ ਕੁਝ ਤਿਆਗ ਦਿੱਤਾ ਸੀ। ਪਰਸੁਰਾਮ ਨੇ ਜਿਵੇਂ 36 ਵਾਰ ਛਤਰੀਆਂ ਨੂੰ 21 ਵਾਰ ਵੇਖ ਲਓ ਮਾਰ ਕੇ ਜਿੱਤਿਆ ਸੀ, ਰਾਜ ਕਰਦਾ, ਪਰ ਰਾਜ ਨਹੀਂ ਕਰਦਾ। ਫਿਰ ਤਪੱਸਿਆ ਹੀ ਕਰਨ ਲੱਗ ਪੈਂਦਾ ਸੀ। 4 ਕਲਾ ਸੰਪੂਰਨ ਉਹਨੂੰ ਅਵਤਾਰ ਮੰਨਿਆ ਹੈ। 2 ਕਲਾ ਪਹਿਲਾਂ ਸੀ, 2 ਕਲਾ ਬਾਅਦ ਵਿੱਚ ਤਪ ਕਰਕੇ ਪ੍ਰਾਪਤ ਕੀਤੀਆਂ ਸਨ। 10 4 ਸੁਭਾਉਣ ਕੋ ਭੋਗਤ ਹੈ। ਇੱਕ ਅਜਿਹੇ ਤਾਕਤਵਰ ਰਾਜੇ ਹੋਏ। 10 4 ਦਾ ਅਰਥ 14 ਲੋਕ ਹੀ ਕਰਨਾ, ਭਉਣ ਦਾ ਅਰਥ ਲੋਕ ਕਰਨਾ, 10 4 ਦਾ ਅਰਥ 14 ਕਰਨਾ। ਉਹੀ ਆਉਣਾ ਵਾਰ ਵਾਰ ਤਿੰਨਾਂ ਤੁਕਾਂ ਜੀ। 14 ਲੋਕਾਂ ਦੇ ਰਾਜ ਭਾਗ ਨੂੰ ਭੋਗਤ ਹੈ। ਇਹ ਇਕੱਲੇ ਹੀ ਭੋਗਦੇ ਸਨ। ਇੱਕ ਹੈ ਰਾਜ ਕਰੇ ਜਗ ਮਾਹੀ। ਅਤੇ ਇੱਕ ਸੰਸਾਰ ਵਿੱਚ ਇਕੱਲੇ ਇਕੱਲੇ ਦੇਸ਼ ਵਿੱਚ ਰਾਜ ਭਾਗ ਕਰ ਰਹੇ ਸਨ। ਇੱਕ ਹੈ, ਇੱਕ ਜਿਹੜੇ ਸੰਸਾਰ ਵਿੱਚ ਇੱਕ ਹੈ ਕਹੀਏ, ਇਕੱਲੇ ਇਕੱਲੇ ਹੀ ਜਿਹੜੇ ਹੈ ਰਾਜ ਭਾਗ ਕਰਦੇ ਸਨ ਸੰਸਾਰ ਵਿੱਚ।
ਦਸ ਚਾਰ ਸੁਭਾਨ ਕੋ ਭੋਗਤ ਹੈ। ਭਾਵ ਇੱਕ ਅਜਿਹੇ ਤਾਕਤਵਰ ਰਾਜੇ ਹੋਏ ਹੈ ਜਿਹੜੇ 14 ਲੋਕਾਂ ਦੇ ਰਾਜ ਨੂੰ ਭੋਗਦੇ ਸਨ। ਇਕੱਲਾ ਜਾਣਾ ਹੀ ਅਤੇ ਇੱਕ ਹੈ ਰਾਜ ਕਰੇ ਜਗ ਮਾਹੀ। ਅਤੇ ਇੱਕ ਤੇ ਇਹੋ ਜਿਹੇ ਹੋਏ ਆ ਸੰਸਾਰ ਵਿੱਚ ਰਾਜੇ ਜਿਹੜੇ ਇੱਕ ਹੈ ਕਹੀਏ ਇਕੱਲੇ ਇਕੱਲੇ ਦੇਸ਼ ਵਿੱਚ ਰਾਜ ਕਰੇ ਆਪਣਾ ਰਾਜ ਭਾਗ ਕਰਦੇ ਸਨ। 10 20 ਗ੍ਰਾਮ ਕੋ ਰਾਜ ਲਹੇ। ਅਤੇ ਕਹਿੰਦੇ ਵੇਖ ਲਓ ਵੀ ਐਡੇ ਐਡੇ ਰਾਜੇ ਹੋ ਚੁੱਕੇ ਆ ਅਤੇ ਹੁਣ ਦੀ ਹਾਲਤ ਸੁਣ ਲਓ। ਹੁਣ ਵਰਤਮਾਨ ਸਮੇਂ ਦੇ ਵਿੱਚ 10 20 10 20 ਦਾ ਜਿਹੜਾ ਨਾ ਗ੍ਰਾਮ ਪਿੰਡਾਂ ਦਾ ਰਾਜ ਲੈ ਕੇ ਲਹੇ ਕਹੀਏ ਲੈ ਕੇ ਅਤੇ ਰਾਜ ਭਾਗ ਕਰਦੇ ਹੈ। ਅਤੇ ਕੀ ਕਰਦੇ ਨਰ ਕਿਉਂ ਗਰਬੇ ਆਪਣੇ ਹੁਰ ਮਾਹੀ। ਇਹ ਵੀ ਹੁਣ ਤੂੰ 10 20 ਪਿੰਡਾਂ ਦਾ ਰਾਜ ਭਾਗ ਜਾ ਲੈ ਕਰਕੇ ਨਰ ਹੇ ਮਨੁੱਖ ਤੂੰ ਆਪਣੇ ਹੁਰ ਮਾਹੀ ਹਿਰਦੇ ਵਿੱਚ ਕਿਉਂ ਕਿਸ ਲਈ ਗਰਬੈ ਕਹੀਏ ਹੰਕਾਰ ਕਰਦਾ। ਕਾਹਦਾ ਹੰਕਾਰ ਕਰਦਾ। ਉੱਪਰ ਸੁਣ ਕਿੱਡੇ ਕਿੱਡੇ ਬਲੀ ਹੋਏ। ਐਵੇਂ MLA ਬਣ ਕੇ ਤੂੰ ਜਿਹੜਾ ਹੈ ਰਾਜ ਭਾਗ ਕਰਦਾ 20 ਕੁ ਪਿੰਡਾਂ ਦਾ ਅਤੇ ਹੰਕਾਰ ਕਾਹਦਾ ਕਰਦਾ। ਕੁਝ ਵੀ ਨਹੀਂ ਹੈ। ਇੱਥੇ ਤਾਂ ਬਹੁਤ ਬਹੁਤ ਤਗੜੇ ਹੋ ਗਏ ਹੈ। ਭਾਵ ਪੂਰੀ ਧਰਤੀ ਉੱਪਰ ਹਕੂਮਤ ਕਰਨ ਵਾਲੇ ਚੱਕਰਵਰਤੀ ਪਾਤਸ਼ਾਹ ਵੱਡੇ ਵੱਡੇ ਬਲੀ ਰਾਜੇ ਸਭ ਕੁਝ ਇੱਥੇ ਛੱਡ ਕੇ ਖਾਲੀ ਇੱਥੇ ਚਲੇ ਗਏ। ਨਾਗੇ ਪਾਉ ਤੇ ਕਈ ਜਿਨ ਕੇ ਲਾਗ ਕਰੋ। ਜੋ ਆਇਆ ਸੋ ਚੱਲ ਸੀ ਸਭ ਕੁਝ ਜਾਂਦੇ ਹੀ ਹੈ। ਅਤੇ ਫਿਰ ਕੁਝ ਕੁ ਪਿੰਡਾਂ ਦੀ ਤੂੰ ਚੌਧਰਤਾ ਲੈ ਕੇ ਅੱਜ ਦੇ ਮਨੁੱਖ ਕੀ ਐਵੇਂ ਆਪਣੀ ਚੌਧਰਤਾ ਦੇ ਹੰਕਾਰ ਵਿੱਚ ਆਪਣੀ ਵਡਿਆਈ ਵਿੱਚ ਹੀ ਫੁੱਲਿਆ ਫਿਰਦਾ ਹੈ। ਐਵੇਂ ਵਿਸ਼ਈ ਹੋ ਕੇ ਵਿਸ਼ਿਆਂ ਵਿੱਚ ਲੰਪਟ ਰਹਿੰਦਾ ਹੈ। ਮਾਇਆ ਦੇ ਨਸ਼ੇ ਵਿੱਚ ਲੋਕਾਂ ਨੂੰ ਦੁੱਖ ਦੇਈ ਜਾਂਦਾ ਹੈ। ਸਦਾ ਆਪਣੇ ਧਨ ਪਦਾਰਥ ਦੇ ਹੰਕਾਰ ਵਿੱਚ ਅੰਨਾ ਹੋਇਆ ਰਹਿੰਦਾ ਹੈ। ਅਤੇ ਭਾਈ ਗੁਰਦਾਸ ਜੀ ਨੇ ਵੀ ਇਹੋ ਜਿਹੇ ਰਾਜਿਆਂ ਦੀ ਜਿਹੜੀ ਦੁਰਦਸ਼ਾ ਨਾ ਆਪਣੀ ਵਾਰਾਂ ਵਿੱਚ ਲਿਖੀ ਹੈ। 5ਵੀਂ ਵਾਰ ਪੌੜੀ 15ਵੀਂ 'ਚ ਆਉਂਦਾ ਹੈ ਕਿ ਸਿਰ ਪਾਤ ਸਾਹਾਂ ਲੱਖ ਲੱਖ ਇੰਨਣ ਜਾਲ ਤਵੈ ਨੋ ਤਾਵੈ ਮਰਦੇ ਖੈ ਖੈ ਦੁਨੀਆ ਦਾਵੈ। ਬਸ ਇਹੋ ਜਿਹੀ ਹਾਲਤ ਹੋਈ। ਪੌੜੀ ਸਾਰੀ ਆਉਂਦੀ ਹੈ। ਵਸੇ ਸ਼ਾਹਬਰ ਲਾਇਕ ਪ੍ਰਣਾਲੀ ਹੋਏ ਵੀਹੀ ਆਵੇ। ਲੱਖ ਨਾਲੇ ਉਛਲ ਚੱਲਣ ਲੱਖ ਪ੍ਰਵਾਹੀ ਵਾਹ ਵਹਾਵੇ। ਲੱਖ ਨਾਲੇ ਲੱਖ ਵਾਹੇ ਵਾਹੇ ਨਦੀਆਂ ਅੰਦਰ ਰਲੇ ਲਾਵੇ। 900 ਨਦੀ 99 999 ਨਦੀਆਂ ਪੂਰਬ ਪੱਛਮ ਹੋਏ ਚਲਾਵੇ। ਇਹ ਹਾਲਤ ਦੱਸੀ ਇਹੋ ਜਿਹੀ ਸਿਰ ਪਤ ਸਾਹਾ ਲੱਖ ਲੱਖ ਇੰਨਣ ਜਾਲ ਤਵੈ ਨੋ ਤਾਵੇ ਮਰਦੇ ਖੈ ਖੈ ਦੁਨੀਆ ਦਾਵੇ। ਖੈ ਖੈ ਬਾਜ਼ੀਆਂ ਕਰਕੇ ਦੁਨੀਆ 'ਚ ਦਾਅਵੇ ਕਰ ਕਰਕੇ ਮਰਦੇ। ਭਾਵ ਹੰਕਾਰ ਨਹੀਂ ਕਰਨਾ ਚਾਹੀਦਾ। 10 20 ਗ੍ਰਾਮ ਕੋ ਰਾਜ ਲਹੇ। 10 20 ਪਿੰਡਾਂ ਦਾ ਰਾਜ ਲਹਿ ਕਹੀਏ ਪ੍ਰਾਪਤ ਕਰਕੇ ਨਰ ਕਿਉਂ ਗਰਬੇ ਆਪਣੇ ਉਰ ਮਾਹੀ। ਇਹ ਨਰ ਮਨੁੱਖ ਕਿਉਂ ਤੂੰ ਆਪਣੇ ਹਿਰਦੇ ਦੇ ਵਿੱਚ ਗਰਬੇ ਹੰਕਾਰ ਕਰਦਾ ਹੈ। ਇਹ ਵੱਡੇ ਵੱਡੇ ਚਲੇ ਗਏ ਏਡੇ ਰਾਜੇ ਤੂੰ 20 ਪਿੰਡਾਂ ਦੇ ਵਾਲਾ ਕੀ ਜਾਏਗਾ ਨਹੀਂ ਤੂੰ ਵੀ ਜਾਏਗਾ ਹੀ। ਦੋਹਰਾ ਰੇ ਮਨ ਚੰਚਲ ਤੂੰ ਸਦਾ ਆਪਣੇ ਮਨ ਨੂੰ ਹੁਣ ਹਲੂਣਾ ਦਿੰਦੇ ਹੋਏ ਜਿਵੇਂ ਗੁਰੂ ਮਹਾਰਾਜ ਕਹਿੰਦੇ ਹੈ ਰੇ ਮਨ ਕੌਣ ਕਮਲ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਉਹੀ ਪੱਖ ਨਾਲ ਇੱਥੇ ਕਵੀ ਕਹਿ ਰਹੇ ਹੈ ਪੰਡਿਤ ਗੁਲਾਬ ਸਿੰਘ ਜੀ। ਰੇ ਮਨ ਚੰਚਲ ਤੂੰ ਸਦਾ ਹੇ ਮੇਰੇ ਮਨਾ। ਰੇ ਦਾ ਅਰਥ ਹੇ ਮੇਰੇ ਮਨਾ ਤੂੰ ਸਦਾ ਹੀ ਨਾ ਹਮੇਸ਼ਾ ਹੀ ਚੰਚਲ ਚਲਾਇਮਾਨ ਹੀ ਰਿਹਾ ਹੈ। ਚਲਾਮਾਨ ਹੀ ਰਹਿੰਦਾ ਤੂੰ। ਤੇਰੇ ਇਹ ਕਰਤੂਤਾਂ ਰਹੀਆਂ ਜਨਮਾਂ ਜਨਮਾਂਤਰਾਂ ਤੋਂ। ਭਜਿਓ ਨਾ ਹਰ ਕੋ ਨਾਮ। ਤੂੰ ਕਦੇ ਵੀ ਹਰ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਕੁਦਰਤ ਦਾ ਪਰਮਾਤਮਾ ਦਾ ਨਾਮ ਜਿਹੜਾ ਨਾ ਇਕਾਗਰ ਹੋ ਕੇ ਭਜਿਓ ਸਿਮਰਨ ਨਹੀਂ ਕੀਤਾ। ਤੂੰ ਕਰਦਾ ਹੀ ਨਹੀਂ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਤੂੰ ਚੰਚਲ ਹੀ ਹੋਇਆ ਰਿਹਾ ਸਦਾ। ਕਦੀ ਵੀ ਸਿਮਰਦਾ ਹੀ ਨਹੀਂ ਹੈ। ਰਹਿਓ ਵਿਸ਼ੇ ਲਪਟੰਤ ਹੀ
ਤੇ ਸਦਾ ਹੀ ਵਿਕਾਰ ਮੱਧ ਵਿਕਾਰਾਂ ਦੇ ਵਿੱਚ ਹੀ ਲਪਟੰਤ ਕਹੀਏ ਲੁਭਾਏਮਾਨ ਲਪਾਏਮਾਨ ਰਹਿਓ ਰਿਹਾ ਹੈ ਰਹਿੰਦਾ ਹੈ ਜੈ ਹੈ ਜਮ ਕੇ ਧਾਮ। ਵੇਖ ਲਾ ਇਹਨਾਂ ਵਿਕਾਰਾਂ ਵਿੱਚ ਲੱਗਣ ਕਰਕੇ ਤੂੰ ਅੰਦਰੋਂ ਜਮ ਦਾ ਧਾਮ ਜਿਹੜਾ ਉਹ ਕੀ ਹੈ ਨਰਕ, ਜਮ ਦਾ ਧਾਮ ਜਮ ਦੇ ਘਰ ਉਹ ਕੀ ਨਰਕ, ਕੁੰਭੀ ਨਰਕ ਵਿੱਚ ਹੀ ਜੈ ਹੈ ਜਾਣਾ ਹੈ। ਜਾਣਾ ਕਰੇਗਾ ਜੇ ਤੂੰ ਨਾਮ ਨਹੀਂ ਜਪੇਗਾ ਤੇਰੀ ਹੀ ਹਾਲਤ ਹੋਏਗੀ। ਸਵਈਆ ਤਨ ਈਸ਼ਰ ਦਇਓ ਜਗ ਭੀਤਰ ਜੋ। ਹੁਣ ਕਹਿੰਦੇ ਹੈ ਈਸ਼ ਕਹੀਦਾ ਈਸ਼ਵਰ ਨੂੰ। ਈਸ਼ਵਰ ਨੇ ਜਗ ਇਹ ਸੰਸਾਰ ਦੇ ਭੀਤਰ ਕਹੀਏ ਵਿੱਚ ਜੋ ਕਹੀਏ ਜਿਹੜਾ ਧਨ ਪਦਾਰਥ ਆਦਿਕ, ਧਨ ਦਾ ਅਰਥ ਧਨ ਹੀ ਹੈ, ਪਦਾਰਥ ਮਾਇਆ, ਮਾਇਆ ਦਿੱਤਾ ਹੈ, ਦਇਓ ਕਹੀਏ ਦਿੱਤਾ ਹੈ। ਤੇ ਇਸ ਧਨ ਨਾਲ ਧਰਮ ਦੇ ਕਰਮ, ਗਰੀਬਾਂ ਦੀ ਪਾਲਣਾ ਆਦਿ ਪੁੰਨ ਕਰਮ ਕਰਨੇ ਸਨ। ਹੁਣ ਇੱਥੇ ਇਹਨਾਂ ਦਾ ਕਹਿਣ ਦਾ ਇਹ ਮਕਸਦ ਆ ਵੀ ਧਨ ਵੀ ਹੋਣਾ ਜ਼ਰੂਰੀ। ਚਲੋ ਧਨ ਦਿੱਤਾ ਪਰਮੇਸ਼ਰ ਨੇ ਕਾਹਦੇ ਵਾਸਤੇ, ਉਹ ਦਿੱਤਾ ਸੀ ਭਲੇ ਕਰਨ ਵਾਸਤੇ। ਧਨ ਈਸ਼ਰ ਦਿਓ ਜਗ ਭੀਤਰ ਜੋ ਕਿ ਜਿਹੜਾ ਅਰਥ ਵਾਸਤੇ ਤੋਂ ਚੁੱਕਣਾ, ਜਿਹੜਾ ਈਸ਼ਵਰ ਪਰਮੇਸ਼ਰ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਧਨ ਪਦਾਰਥ ਦਇਓ ਦਿੱਤਾ, ਉਹ ਦਿੱਤਾ ਤੇ ਇਹ ਸੀ ਵੀ ਧਰਮ ਦੇ ਕਰਮ ਕਰਨੇ, ਗਰੀਬਾਂ ਦੀ ਪਾਲਣਾ ਕਰਨੀ, ਪੁੰਨ ਕਰਮ ਕਰਨੇ। ਪਰ ਬਿਨ ਬੁੱਧ ਗਏ ਨਾ ਕਛੂ ਫਲ ਪਾਏ। ਪਰ ਬੁੱਧੀ ਤੋਂ ਬਿਨਾ ਬਗੈਰ ਅਕਲਹੀਣੇ ਮਨੁੱਖ ਜਿਹੜੇ ਹੈ, ਜਿਹਨਾਂ ਨੂੰ ਅਕਲ ਨਹੀਂ ਕੋਈ ਪੈਸਾ ਧੇਲਾ ਵਰਤਣ ਦੀ, ਉਹ ਧਨ ਵਿਅਰਥ ਹੀ ਚਲਾ ਗਿਆ ਉਹਨਾਂ ਮਨੁੱਖਾਂ ਕੋਲ। ਉਹਨਾਂ ਨੇ ਕਛੂ ਕਹੀਏ ਕੁਝ ਵੀ ਫਲ ਪ੍ਰਾਪਤ ਪਾਏ, ਪ੍ਰਾਪਤ ਨਹੀਂ ਕੀਤਾ। ਬਿਨ ਬੁੱਧ ਗਏ ਨਾ ਕਛੂ ਫਲ ਪਾਏ। ਬੁੱਧੀ ਤੋਂ ਬਗੈਰ ਅਕਲਹੀਣ ਮਨੁੱਖਾਂ ਕੋਲੋਂ ਉਹ ਧਨ ਪਦਾਰਥ ਵਿਅਰਥ ਹੀ ਗਏ ਕੀਏ ਚਲੇ ਗਏ। ਨਾ ਕਛੂ ਫਲ ਪਾਏ, ਉਹਨਾਂ ਨੇ ਉਸ ਧਨ ਪਦਾਰਥ ਤੋਂ ਕੁਝ ਵੀ ਫਲ ਪਾਏ ਪ੍ਰਾਪਤ ਨਹੀਂ ਕੀਤਾ। ਸੁਭ ਸੰਤਨ ਕੀ ਰਹਿ ਸੇਵ ਕਰੀ। ਉਸ ਧਨ ਪਦਾਰਥ ਨਾਲ ਜਾਂ ਹੱਥਾਂ ਪੈਰਾਂ ਨਾਲ ਜਿਹੜੇ ਸ਼ੁਭ ਚੰਗੇ ਸ੍ਰੇਸ਼ਟ ਮਹਾਨ ਸੰਤ ਸਨ, ਸ਼ਾਂਤ ਚਿੱਤ ਸਿਮਰਨ ਵਾਲੇ ਮਹਾਤਮਾ, ਉਹਨਾਂ ਦੀ ਸੇਵਾ ਟਹਿਲ ਨਾ ਕੋਈ ਕੀਤੀ, ਨਾ ਨਹਿ ਦਰਸ ਨਾ ਕੀਤੀ। ਹਰ ਵਿਪਰਨ ਕੇ ਨਹਿ ਜਗ ਗਰਾਏ। ਅਤੇ ਨਾ ਹੀ ਉਹ ਧਨ ਨਾਲ ਵਿਪਰਨ ਜਿਹੜੇ ਬ੍ਰਾਹਮਣ ਹੈ ਉਹਨਾਂ 'ਤੇ ਕਹੀਏ ਉਹਨਾਂ ਪਾਸੋਂ ਜਗ ਆਦਿਕ ਹੀ ਭੰਡਾਰਾ ਆਦਿਕ ਹੀ ਕਰਾਏ ਵੀ ਹਰ ਵਿਪਰਨ 'ਤੇ ਜਿਹੜੇ ਨਾ ਹੀ ਉਹ ਜੇ ਬ੍ਰਾਹਮਣ ਹੈ ਉਹਨਾਂ ਪਾਸੋਂ ਜਗ ਆਦਿਕ ਹੀ ਕਰਾਏ ਉਹ ਧਨ ਨਾਲ। ਨਹਿ ਕੂਪ ਖਾਨੇ ਜਲ ਹੇਤ ਕਵੀ। ਫਿਰ ਉਸ ਮਾਇਆ ਨਾਲ ਲੋਕਾਂ ਦੇ ਵਾਸਤੇ ਜਲ ਹੇਤ, ਜਲ ਜਿਹੜਾ ਸੀ ਉਸ ਹੇਤ ਕਹੀਏ ਵਾਸਤੇ, ਜਲ ਪੀਣ ਵਾਸਤੇ ਕਵੀ ਕਦੇ ਵੀ ਕੂਪ ਜਿਹੜੇ ਖੂਹ ਉਹ ਪਟਵਾ ਕੇ ਲਾਉਣਾ ਨਾ ਕੀਤੇ ਵੀ ਚਲੋ ਲਾ ਦਿੰਦੇ। ਤੇ ਇਹ ਕੰਮ ਕਰ ਲੈਂਦੇ ਨਾ ਕੂਪ ਖਨੇ ਜਲ ਹੇਤ ਕਵੀ। ਤੇ ਲੋਕਾਂ ਦੇ ਪੀਣ ਵਾਸਤੇ ਜਲ ਪੀ ਲੈਂਦੇ। ਜਲ ਪੀਣ ਵਾਸਤੇ ਕਵੀ ਕਹੀਏ ਕਦੇ ਖੂਹ ਪਟਵਾ ਕੇ ਨਹੀਂ ਲਾਉਣਾ ਕੀਤੇ। ਧਰ ਭੀਤਰ ਨਾ ਜਲ ਤਾਲ ਬਣਾਏ। ਅਤੇ ਜਾਨਵਰ ਆਦਿਕਾਂ ਦੇ ਲਈ ਵੀ ਇਸ ਧਰਤੀ ਵਿੱਚ
ਧਰ ਭੀਤਰ ਧਰਤੀ ਭੀਤਰ ਵਿੱਚ ਪਸ਼ੂ ਜਾਨਵਰ ਆਦਿਕਾਂ ਦੇ ਵਾਸਤੇ ਧਰਤੀ ਵਿੱਚ ਨਾ ਜਲ ਤਾਲ ਬਣਾਏ, ਨਾ ਇਹ ਧਰਤੀ ਦੇ ਵਿੱਚ ਜਲ ਦੇ ਜਿਹੜੇ ਤਾਲ ਸਰੋਵਰ ਉਹ ਵੀ ਬਣਾਉਣਾ ਕੀਤੇ, ਵੀ ਉਹ ਵੀ ਬਣਾ ਦੀ, ਚਲੋ ਪਸ਼ੂ ਜਾਨਵਰ ਹੀ ਜਲ ਪੀ ਲੈਣਗੇ, ਉਹ ਵੀ ਕੰਮ ਨਾ ਕੀਤਾ। ਬਲਹੀਣਨ ਕੋ ਦੁਖ ਦਾਨ ਦਏ, ਜਿਹੜੇ ਵਿਚਾਰੇ ਬਲ ਤੋਂ ਹੀਣ ਕਮਜ਼ੋਰ ਗਰੀਬ ਗੁਰਬੇ ਮਜ਼ਲੂਮ ਸਨ, ਕੋ ਉਹਨਾਂ ਕੁਦਰਤ ਨੂੰ ਉਹਨਾਂ ਨੂੰ ਦਾਨ ਪੁੰਨ ਤੇ ਕੀ ਕਰਨਾ ਸੀ, ਸਗੋਂ ਦੁੱਖ ਦਾਨ ਦੇ ਦੁੱਖ ਦਾ ਹੀ ਦਾਨ ਦਿੱਤਾ। ਬਲਹੀਣਨ ਕੋ ਦੁੱਖ ਦਾਨ ਤੇ, ਬਲਹੀਣ ਜਿਹੜੇ ਕਮਜ਼ੋਰ ਮਜ਼ਲੂਮ ਸਨ ਉਹਨਾਂ ਨੂੰ ਸੁੱਖ ਤੇ ਕੀ ਦੇਣਾ ਸੀ, ਸਗੋਂ ਦੁੱਖ ਦਾ ਦਾਨ ਹੀ ਦੇ ਕਹੀਏ ਦਿੱਤਾ, ਦੁੱਖ ਦੇ ਦਾਨ ਹੀ ਦਿੱਤੇ, ਜਾਂ ਦੁੱਖ ਹੀ ਵਿੱਚ ਦਾਨ ਦਿੱਤੇ, ਜਾਂ ਵੀ ਦੁੱਖ ਹੀ ਦਾਨ ਵਿੱਚ ਦਿੱਤੇ। ਦਾਨ ਤੇ ਕੀ ਦੇਣਾ, ਸਗੋਂ ਦੁੱਖ ਰੂਪੀ ਦਾਨ ਹੀ ਦਿੱਤਾ। ਨਹਿ ਦੀਨਨ ਕੇ ਦੁੱਖ ਦੂਰ ਮਿਟਾਏ, ਨਾ ਅਤੇ ਨਹਿ ਦੀਨਨ, ਨਾ ਹੀ ਉਹ ਦੀਨਨ ਜਿਹੜੇ ਗਰੀਬ, ਉਹ ਗਰੀਬਾਂ ਦੇ ਦੁੱਖ ਉਹਨਾਂ ਦੇ ਦੁੱਖ ਦੂਰ ਕਰਕੇ ਉਹਨਾਂ ਦਾ ਦੁੱਖ ਦੂਰ ਕਰਕੇ ਮਿਟਾਏ ਕਹੀਏ ਮਿਟਣਾ ਕੀਤੇ, ਇਹ ਵੀ ਕੰਮ ਨਾ ਕੀਤਾ। ਅਰਥਾਤ ਭਾਵ ਵੀ ਇਹਨਾਂ ਸ਼ੁਭ ਕਰਮਾਂ ਵਿੱਚ ਈਸ਼ਵਰ ਦਾ ਦਿੱਤਾ ਹੋਇਆ ਧਨ ਦੌਲਤ ਵਰਤਣਾ ਚਾਹੀਦਾ ਸੀ ਭਲੇ ਵਾਸਤੇ, ਪਰ ਉਹ ਮਨੁੱਖ ਨੇ ਵਿਸ਼ੇ ਵਿਕਾਰ, ਨਸ਼ਿਆਂ, ਗੱਡੀਆਂ, ਆਪਣਾ ਹੀ ਠਾਠ ਬਾਠ ਆਪਣੇ ਮੂੰਹ ਮੱਥੇ ਨੂੰ ਸਵਾਰਦੇ ਸਾਰਾ ਲੁਟਾ ਦਿੱਤਾ, ਤੇ ਚੰਗੇ ਪਾਸੇ ਧਨ ਦੀ ਵਰਤੋਂ ਨਾ ਕੀਤੀ। ਗੁਰੂ ਮਹਾਰਾਜ ਵੀ ਕਹਿੰਦੇ ਹੈ, ਸੂਮਹਿ ਧਨ ਰਾਖਨ ਕੋ ਦੀਆ, ਮੁਗਧ ਕਹੈ ਧਨ ਮੇਰਾ। ਵੀ ਉਹ ਸੂਮਹਿ ਜਿਹੜਾ ਕੰਜੂਸ, ਉਹਨੂੰ ਧਨ ਰੱਖਣ ਨੂੰ ਦਿੱਤਾ ਵੀ ਦਾਨ ਪੁੰਨ ਕਰੇ, ਤੇ ਮੁਗਧ ਕਹੇ ਧਨ ਮੇਰਾ, ਪਰ ਮੂਰਖ ਮੁਗਧ ਕਹਿੰਦਾ ਧਨ ਮੇਰਾ ਮੈਂ ਕਿਹਨੂੰ ਦੇਵਾਂ, ਮੈਂ ਦੇਣਾ ਹੀ ਨਹੀਂ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮੈਂ ਕਰੇ ਨਬੇਰਾ। ਫਿਰ ਖਿਨ ਵਿੱਚ ਨਿਬੇੜਾ ਕਰਦਾ ਜਮ ਕਾ ਡੰਡ, ਜਦੋਂ ਮੂੰਡ ਸਿਰ ਦੇ ਵਿੱਚ ਲੱਗਦਾ ਨਾ, ਠੱਗ ਕਰਦਾ ਵੀ ਤੇਰਾ ਧਨ ਕਿੱਥੋਂ ਹੋ ਗਿਆ। ਇਹ ਦਾਨ ਪੁੰਨ ਕਰਨ ਵਾਸਤੇ ਸੀ, ਗੁਰੂ ਘਰ ਵਿੱਚ ਦੇਣ ਵਾਸਤੇ, ਗਰੀਬ ਗੁਰਬੇ ਦੀ ਰੱਖਿਆ ਵਾਸਤੇ। ਫਿਰ ਉਹਨੂੰ ਸ਼ਰਮ ਆਉਂਦੀ, ਫਿਰ ਪਛਤਾਉਂਦਾ ਹੈ ਮਨੁੱਖ। ਪਰ ਫਿਰ ਪਛਤਾਇਆ ਕਿਆ ਕਰੇ, ਜਬ ਚਿੜੀਆਂ ਚੁਗ ਗਏ ਖੇਤ, ਉਹਦਾ ਕੋਈ ਫਾਇਦਾ ਤਾਂ ਨਾ ਹੋਇਆ। ਬਲਹੀਣਨ ਕੋ ਦੁੱਖ ਦਾਨ ਦਏ, ਜਿਹੜੇ ਵਿਚਾਰੇ ਬਲ ਤੋਂ ਹੀਣੇ ਕਮਜ਼ੋਰ ਮਜ਼ਲੂਮ, ਉਹਨਾਂ ਨੂੰ ਵੀ ਜਿਹੜਾ ਦੁੱਖ ਹੀ ਦਾਨ ਵਿੱਚ ਦਿੱਤਾ। ਦਾਨ ਦੇ ਭਾਵ ਕੁਝ ਵੀ ਕਦੇ ਦਾਨ ਨਾ ਦਿੱਤਾ, ਸਗੋਂ ਉਹਨਾਂ ਨੂੰ ਦੁੱਖ ਹੀ ਦਿੱਤਾ। ਨਹਿ ਦੀਨਨ ਕੇ ਦੁੱਖ ਦੂਰ ਮਿਟਾਏ, ਦੀਨਨ ਲੋਕ ਜਿਹੜੇ ਗਰੀਬ ਲੋਕ, ਉਹਨਾਂ ਦੇ ਵੀ ਦੁੱਖ ਦੂਰ ਮਿਟਣੇ ਨਹਿ ਨਾ ਕੀਤੇ। ਕੋਈ ਚਾਹੀਦਾ ਕੰਮ ਨਾ ਕੀਤਾ, ਮਾਇਆ ਪਾ ਕੇ। ਸਵਈਆ ਆਪਣੇ ਹਿੱਤ ਤਿਆਗ ਕਰੇ, ਪਰ ਕੋ ਹਿੱਤ। ਹੁਣ ਜਿਹੜੇ ਮਨੁੱਖ ਹੈ ਨਾ ਚੰਗੇ, ਉਹਨਾਂ ਦੇ ਲੱਛਣ ਕਥਨ ਕਰਦੇ ਹੈ ਵੀ ਇਸ ਤਰ੍ਹਾਂ ਕਰੇ। 4 ਪ੍ਰਕਾਰ ਦੇ ਮਨੁੱਖਾਂ ਦੇ ਲੱਛਣ ਕਥਨ ਕਰਦੇ ਹਨ ਇਸ ਸਵਈਏ ਦੇ ਵਿੱਚ। ਆਪਣੇ ਹਿੱਤ ਤਿਆਗ ਕਰੇ, ਪਰ ਕੋ ਹਿੱਤ। ਕਹਿੰਦੇ ਵੀ ਜਿਹੜੇ ਮਨੁੱਖ ਆਪਣੇ ਆਪ ਦੇ ਭਲੇ ਨੂੰ, ਹਿੱਤ ਨਾ ਭਲੇ ਦਾ, ਆਪਣੇ ਭਲੇ ਨੂੰ ਤਿਆਗ ਕਹੀਏ ਛੱਡ ਕਰਕੇ, ਪਰ ਕੋ ਹਿੱਤ ਕਰੇ, ਪਰ ਕੋ ਹਿੱਤ। ਪਰ ਪਰਾਏ ਦਾ ਹਿੱਤ ਭਲਾ ਕਰੇ, ਕਹੀਏ ਕਰਦੇ ਹਨ।
ਜਾਂ ਪਰਾਏ ਦਾ ਭਲਾ ਕਰਦੇ ਹਨ। ਆਪਣਾ ਭਲਾ ਤਿਆਗ ਛੱਡ ਕੇ ਪਰ ਕੋ ਹਿਤ ਪਰਾਏ ਦਾ ਭਲਾ ਕਰਦੇ ਹਨ। ਤੇ ਨਰ ਉੱਤਮ ਹੈ ਜਗ ਮਾਹੀ, ਉਹ ਤੇ ਨਰ ਉਹ ਨਰ ਪੁਰਸ਼ ਮਨੁੱਖ ਜਗ ਸੰਸਾਰ ਦੇ ਵਿੱਚ ਭਾਈ ਉੱਤਮ ਬਹੁਤ ਸ੍ਰੇਸ਼ਟ ਹੈ ਜਾਂ ਸ੍ਰੇਸ਼ਟ ਹਨ। ਆਪਣੇ ਹਿਤ ਸੰਗ ਕਰੇ ਪਰ ਕੋ ਹਿਤ, ਫਿਰ ਆਪਣੇ ਹਿਤ ਸੰਗ ਜਿਹੜੇ ਮਨੁੱਖ ਆਪਣੇ ਭਲੇ ਦੇ ਨਾਲ ਕਰੇ ਪਰ ਕੋ ਹਿਤ, ਪਰ ਨਾ ਪਰਾਏ ਕੋ ਨਾਮ ਦਾ, ਪਰਾਏ ਦਾ ਭਲਾ ਕਰਦੇ ਹਨ। ਭਾਵ ਜਿਹੜੇ ਮਨੁੱਖ ਆਪਣੇ ਭਲੇ ਨਾਲ ਪਰਾਏ ਦਾ ਭਲਾ ਵੀ ਕਰਦੇ ਹਨ। ਨਰ ਆਹੇ ਸਮਾਨ ਵਹੀ ਭਵ ਮਾਹੀ, ਭਾਵ ਉਹ ਦੂਸਰੇ ਦਾ ਕੰਮ ਸਵਾਰ ਲੱਗਿਆਂ ਉਸ ਦੇ ਵਿੱਚ ਆਪਣੇ ਭਲੇ ਦੀ ਆਸ ਰੱਖਣੀ, ਐਸੀ ਸੋਚ ਵਾਲੇ ਜਿਹੜੇ ਮਨੁੱਖ ਹੈ ਨਾ, ਉਹ ਮਨੁੱਖ ਨਰ ਆਹੇ ਉਹ ਜਿਹੜੇ ਮਨੁੱਖ ਹੈ ਭਾਵ ਮਾਹੀ ਸੰਸਾਰ ਦੇ ਵਿੱਚ ਮੱਧਮ ਸਮਾਨ ਕਹੀਏ ਬਰਾਬਰ ਦੇ ਮੱਧਮ ਮਨੁੱਖ ਹਨ। ਉੱਪਰ ਭਾਵ ਸਮਝ ਲਓ ਸੰਤ, ਦੂਸਰੇ ਭਾਵ ਸਮਝ ਲਓ ਸੰਸਾਰੀ ਦ੍ਰਿਸ਼ਟੀ ਵਾਲੇ ਜਿਹੜੇ ਸਮਾ ਰਹਿਣ। ਹੁਣ ਤੀਸਰੇ ਦਾ ਦੱਸਦੇ ਹਨ। ਆਪਣੇ ਹਿਤ ਨਾਸ ਕਰੇ ਪਰ ਕੋ ਹਿਤ, ਪਰ ਜਿਹੜੇ ਮਨੁੱਖ ਕੇਵਲ ਆਪਣਾ ਹੀ ਹਿਤ ਭਲਾ ਚਾਹੁੰਦੇ ਕਿ ਆਪਣੇ ਭਲੇ ਵਾਸਤੇ ਵੀ ਮੇਰਾ ਸੌਰ ਜੀ ਨਾਸ ਕਰੇ ਪਰ ਕੋ ਹਿਤ, ਤੇ ਪਰਾਏ ਦਾ ਜਿਹੜਾ ਭਲਾ ਤੇ ਉਹਨੂੰ ਨਾਸ ਕਰਦੇ ਹਨ। ਭਾਵ ਗਰੀਬ ਗੁਰਬੇ ਦੇ ਮਕਾਨ ਢਾਹ ਕੇ ਉੱਥੇ ਆਪਣੇ ਮਹਿਲ ਛੱਤ ਲੈਣੀ, ਜਾਂ ਗਰੀਬਾਂ ਦੀ ਜ਼ਮੀਨ ਹੜੱਪ ਲੈਣੀ, ਪੈਸੇ ਬਲੇ ਸੰਬੰਧੀਆਂ ਨੂੰ ਮਾਰ ਦੇਣਾ, ਜਿਵੇਂ ਰਾਜੇ ਲੋਕ ਆਪਣੇ ਸਕੇ ਭਰਾਵਾਂ ਪਿਤਾ ਆਦਿਕ ਨੂੰ ਮਾਰ ਕੇ ਆਪ ਗੱਦੀ 'ਤੇ ਬੈਠ ਜਾਂਦੇ, ਜਿਵੇਂ ਆਹ ਸਰਕਾਰਾਂ ਹੁਣ ਕਰ ਰਹੀਆਂ ਆਪਣੇ ਭਲੇ ਵਾਸਤੇ ਨਾਸ ਕਰੇ ਪਰ ਕੋ ਹਿਤ। ਪਰਾਏ ਕਿਸਾਨਾਂ ਦੇ ਜਿਹੜਾ ਹਿਤ ਨਾਸ ਹੀ ਕਰਦੇ ਆ ਨਾ ਆਪਣੇ ਭਲੇ ਵਾਸਤੇ। ਅੰਡਾਨੀ ਅੰਬਾਨੀ ਮੋਦੀ ਸ਼ੋਦੀ ਹੋਣੀ ਇਹ ਲੋਕ ਕੌਣ ਹਨ ਦੱਸ ਰਹੇ ਹੈ। ਰਾਖਸ਼ ਹੈ ਨਰ ਤੇ ਜਗ ਮਾਹੀ, ਇਹੋ ਜਿਹੇ ਜਿਹੜੇ ਲੋਕ ਹੈ ਤੇ ਉਹ ਸੰਸਾਰ ਦੇ ਵਿੱਚ ਨਰ, ਇਹੋ ਜਿਹੇ ਜਿਹੜੇ ਪੁਰਸ਼ ਹੈ ਨਾ ਸੰਸਾਰ ਦੇ ਵਿੱਚ ਰਾਖਸ਼ ਹੈ, ਉਹਦੇ ਭਾਈ ਦੈਂਤ ਹਨ। ਦੈਂਤ ਹੀ ਬਸ ਮਾਨੋ ਦੋ ਲੱਤਾਂ ਵਾਲੇ ਸਿੰਘਾਂ ਤੋਂ ਬਗੈਰ ਦੈਂਤ ਹੀ ਤੁਰੇ ਫਿਰਦੇ ਹਨ। ਵੀ ਨਾ ਹੀ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ, ਵੀ ਨਾ ਹੀ ਆਪਣੇ ਹਿਤ ਬਿਨਾ ਹੀ ਨਹੀਂ ਬਿਨਾ ਹੀ ਅੱਡ ਅੱਡ ਪਾਠ, ਬਿਨਾ ਹੀ ਆਪਣੇ ਹਿਤ। ਜਿਹੜੇ ਮਨੁੱਖ ਆਪਣੇ ਭਲੇ ਤੋਂ ਬਿਨਾਂ ਹੀ ਬਗੈਰ ਹੀ ਐਵੇਂ ਬਿਨਾਂ ਗੱਲ ਤੋਂ ਹੀ ਆਪਣਾ ਜਿੱਥੇ ਕੋਈ ਸੌਰਦਾ ਨਾ ਹੋਵੇ ਨਾਸ ਕਰੇ ਪਰ ਕੋ ਹਿਤ, ਪਰ ਪਰਾਏ ਦਾ ਪਰ ਕੋ ਹਿਤ ਪਰਾਏ ਦਾ ਭਲੇ ਨੂੰ ਨਾਸ ਕਰੇ, ਨਾਸ ਕਰ ਦਿੰਦੇ ਹਨ। ਭਾਵ ਆਪਣਾ ਕੋਈ ਮਤਲਬ ਨਾ ਹੋਣਾ ਉੱਥੇ, ਤੇ ਬਿਨਾਂ ਆਪਣਾ ਕੋਈ ਮਤਲਬ ਨਾ ਹੋਣਾ, ਆਪਣੇ ਭਲੇ ਨੂੰ ਆਪਣੇ ਆਪ ਦਾ ਵੀ ਬੁਰਾ ਕਰ ਲਵੇ, ਫਿਰ ਵੀ ਆਪਣੇ ਭਲੇ ਨੂੰ ਆਪਣੇ ਆਪ ਦਾ ਵੀ ਬੁਰਾ ਕਰ ਲਵੇ, ਫਿਰ ਵੀ ਦੂਸਰੇ ਦਾ ਚੰਗਾ ਹੁੰਦਾ ਦੇਖ ਕੇ ਉਹਦਾ ਨੁਕਸਾਨ ਕਰ ਦੇਣਾ ਹੈ। ਤੇ ਨਰ ਕੌਣ ਕਹਾਹੀਂ, ਕਵੀ ਕਹਿੰਦੇ ਤੇ ਨਰ ਉਹਨਾਂ ਮਨੁੱਖਾਂ ਨੂੰ ਭਾਈ ਮੈਂ ਕੌਣ ਕਹੀਏ ਕੀ ਕਹਿਣਾ ਕਰਾਂ। ਭਾਵ ਆਪਣੇ ਆਪ ਨੂੰ ਕੌਣ ਖਵਾਉਣਗੇ, ਉਹ ਤਾਂ ਦੁਸ਼ਟਾਂ ਵਿੱਚੋਂ ਮਹਾਂ ਦੁਸ਼ਟ ਪੁਰਖ ਹਨ। ਬਿਨਾ ਹੀ ਆਪਣੇ ਆਪਣਾ ਭਲਾ ਬਿਨਾ ਹੀ ਕਹੀਏ ਜਿੱਥੇ ਨਾਸ ਹੈ ਕੋਈ ਸੌਰਦਾ ਨਹੀਂ ਹੈ। ਬਿਨਾ ਹੀ ਦਾ ਅਰਥ ਜੇ ਇਕੱਠਾ ਪਾਠ ਕਰਨਾ ਨਾਸ, ਵੀ ਉਹ ਆਪਣਾ ਸੌਰਦਾ ਆਪਣਾ ਨਾਸ ਹੀ ਹੈ, ਉੱਥੇ ਆਪਣਾ ਕੋਈ ਭਲਾ ਨਹੀਂ। ਨਾਸ ਕਰੇ ਪਰ ਕੋ ਹਿਤ, ਪਰਾਏ ਦਾ ਭਲਾ ਹੁੰਦਾ ਉਹ ਵੀ ਨਾਸ ਕਰ ਦੇਵੇ। ਤੇ ਨਰ ਕੌਣ ਕਹਾਹੀਂ, ਕਹਿੰਦੇ ਉਹਨਾਂ ਪੁਰਸ਼ਾਂ ਨੂੰ ਮੈਂ ਕੌਣ ਭਾਈ ਕੀ ਕਹਾਂ, ਕੀ ਕਹਿਣਾ ਕਰਾਂ।
ਉਹ ਤਾਂ ਉੱਪਰ ਤੇ ਰਾਖਸ਼ ਕਹੇ ਵੀ ਚਲੋ ਆਪਣਾ ਤਾਂ ਭਲਾ ਕਰ ਹੀ ਲੈਂਦੇ ਨਾ, ਜੇ ਦੂਜੇ ਦਾ ਨੁਕਸਾਨ ਕਰਦੇ। ਪਰ ਜਿਹੜੇ ਆਪਣਾ ਵੀ ਕੋਈ ਇੱਥੇ ਮਤਲਬ ਨਹੀਂ ਹੈ, ਦੂਜੇ ਦਾ ਵੀ ਨਾਸ਼ ਕਰਨ 'ਤੇ ਤੁਲੇ ਹੋਏ, ਉਹਨਾਂ ਦਾ ਕਹਿੰਦੇ ਕਵੀ ਜੀ ਮੈਂ ਕੀ ਕਰਾਂ, ਭਾਵ ਉਹਨਾਂ ਦਾ ਤਾਂ ਕੁਝ ਨਹੀਂ ਹੋ ਸਕਦਾ। ਉਹ ਤਾਂ ਕਨਿਸ਼ਟ ਲੋਕ ਹਨ, ਉੱਤਮ, ਮੱਧਮ ਅਤੇ ਨੀਚ, ਕਨਿਸ਼ਟ, ਤਿੰਨ ਤਰ੍ਹਾਂ ਲੋਕ ਹੁੰਦੇ ਨੇ। ਉਹ ਕਨਿਸ਼ਟਾਂ ਦੇ ਵੀ ਕਨਿਸ਼ਟ ਹਨ। ਸਵਈਆ ਧਨ ਪਾਵਨ ਕੋ ਜੇ ਜਹਾਜ ਸਜੇ। ਹੁਣ ਅੱਗੇ ਕਹਿੰਦੇ ਹੈ, ਵੇਖੋ ਦੌਲਤ ਨੂੰ ਪ੍ਰਾਪਤ ਕਰ ਲਈ ਮਨੁੱਖ ਨੇ ਕੀ ਨਹੀਂ ਕੀਤਾ। ਧਨ ਪਾਵਨ ਕੋ ਜੇ ਜਹਾਜ ਸਜੇ। ਧਨ ਦੌਲਤ ਨੂੰ ਪ੍ਰਾਪਤ ਕਰਨ ਦੇ ਲਈ ਮਨੁੱਖ ਨੇ ਸਮੁੰਦਰੀ ਜਹਾਜ਼ ਸਜੇ। ਸਮੁੰਦਰੀ ਜਹਾਜ਼ ਜਿਹੜੇ ਸਜੇ ਬਣਾ, ਭਾਵ ਸਮਾਨ ਨਾਲ ਲੱਦ ਕੇ ਵਪਾਰ ਕਰਨ ਲਈ ਸਮੁੰਦਰੀ ਬੇੜਿਆਂ ਨੂੰ ਵਿਲਾਇਤ ਵਿੱਚ ਲੈ ਕੇ ਜਾਣ ਲਈ ਤਿਆਰ ਹੋਵੇ। ਕਿਉਂਕਿ ਹਰ ਪ੍ਰਕਰਨ ਦਾ ਕੋਈ ਮਤਲਬ ਹੈ ਇੱਥੇ, ਕਿ ਬੰਦੇ ਨੇ ਧਨ ਕਮਾਉਣ ਲਈ ਕੀ ਨਹੀਂ ਕੀਤਾ। ਅਤੇ ਬਾਕੀ ਕਹਿੰਦੇ ਵੀ ਕੋਈ ਕਿੰਨਾ ਵੀ ਜ਼ੋਰ ਲਾ ਲਏ, ਜੇ ਭਾਗ ਨਹੀਂ ਹੈਗਾ ਤਾਂ ਕੋਈ ਪ੍ਰਾਪਤ ਨਹੀਂ ਹੋ ਸਕਦਾ। ਇੱਥੇ ਉਹ ਗੱਲ ਕਹਿ ਰਹੇ ਭਾਗਾਂ ਦੀ। ਕਹਿੰਦੇ ਵੇਖ ਲਓ ਵੀ ਧਨ ਦੌਲਤ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੇ ਸਮੁੰਦਰੀ ਜਹਾਜ਼ ਬਣਾ ਲਏ। ਭਾਵ ਜੇ ਜਹਾਜ਼ ਬਣਾ ਕੇ ਅਤੇ ਵਿਲਾਇਤ ਵਿੱਚ ਉਹ ਲੱਦ ਕੇ ਵਪਾਰ ਕਰਨ ਲਈ ਵੀ ਚਲਿਆ ਜਾਵੇ, ਤਿਆਰ ਹੋਵੇ। ਬਿਨ ਭਾਗਣ ਤੇ ਜਲ ਸਿੰਧ ਡੁਬਾਈ। ਪਰ ਜੇ ਭਾਗਣ ਸ੍ਰੇਸ਼ਟ ਕਰਮ ਨਹੀਂ ਨਾ ਹੈਗੇ, ਉਹਨਾਂ ਸ੍ਰੇਸ਼ਟ ਕਰਮਾਂ ਤੋਂ ਬਿਨ ਕਹੀਏ ਬਗੈਰ ਉਹ ਜਿਹੜੇ ਵੱਡੇ ਵੱਡੇ ਜਹਾਜ਼ ਹੈ, ਜਲ ਸਿੰਧ ਡੁਬਾਈ, ਉਹ ਪਾਣੀ ਦਾ ਜਿਹੜਾ ਸਿੰਧ ਸਮੁੰਦਰ ਹੈ ਉਹਦੇ ਵਿੱਚ ਹੀ ਡੁੱਬ ਜਾਂਦੇ ਹਨ। ਜਾਂ ਵੀ ਬਿਨ ਭਾਗਣ ਤੇ ਜਲ ਸਿੰਧ ਡੁਬਾਈ। ਅੱਜ ਦੇ ਸ੍ਰੇਸ਼ਟ ਕਰਮਾਂ ਤੋਂ ਬਗੈਰ ਉਹ ਵੱਡੇ ਵੱਡੇ ਬੇੜੇ ਪਾਣੀ ਦੇ ਸਮੁੰਦਰ ਵਿੱਚ ਹੀ ਡੁੱਬ ਗਏ ਸਨ। ਸੋ ਖਨੇ ਬਹੁ ਬਾਰਨ ਭੂਮ ਕਨੀ। ਫਿਰ ਬਹੁਤ ਬਾਰਨ ਕਹੀਏ ਵਾਰ, ਕਨੀ ਕਹੀਏ ਬਹੁਤ, ਸਾਰੀ ਧਰਤੀ ਪੁੱਟਣਾ ਕੀਤੀ ਇਹ ਮਨੁੱਖ ਨੇ। ਜੇ ਮਨੁੱਖ ਨੇ ਕੀ ਕੀਤਾ ਵੀ ਸੋ ਖਨੇ ਬਹੁ ਬਾਰਨ ਭੂਮ ਕਨੀ। ਬਹੁਤ ਵਾਰ ਜਿਹੜੀ ਧਰਤੀ ਬਹੁਤ ਹੀ ਡੂੰਘੀ ਖਨੇ ਕਹੀਏ ਪੁੱਟਣਾ ਕੀਤੀ, ਇਹ ਸੋਚ ਕੇ ਕਿ ਲੋਕਾਂ ਦੀ ਧਰਤੀ ਧਨ ਬਹੁਤ ਦੱਬਿਆ ਹੁੰਦਾ ਹੈ ਅਤੇ ਉਹ ਮੈਂ ਪ੍ਰਾਪਤ ਕਰ ਲਵਾਂ। ਪਰ ਵੇਖੋ ਭਾਗਾਂ ਦੀ ਗੱਲ, ਧਰ ਤੇ ਨਹਿ ਏਕ ਵਿਰਾਟ ਕਪਾਈ। ਪਰ ਉਸ ਧਰਤੀ ਤੋਂ ਵੀ ਧਰਤੀ ਤੋਂ ਵੀ ਨਹਿ ਏਕ ਵਿਰਾਟ ਕਪਾਈ। ਇੱਕ ਵਿਰਾਟਕ ਕਹੀਏ ਕੌਡੀ ਵੀ ਪ੍ਰਾਪਤ ਨਾ ਹੋਈ। ਬੜਾ ਯਤਨ ਕੀਤਾ, ਬੜੀ ਵਾਰ ਧਰਤੀ ਨੂੰ ਡੂੰਘਾ ਪੁੱਟਣਾ ਕੀਤਾ, ਪਰ ਧਰਤੀ ਤੋਂ ਨਹਿ ਇੱਕ ਵੀ ਵਿਰਾਟ ਕੌਡੀ ਨਾ ਪਾਈ, ਪ੍ਰਾਪਤ ਨਾ ਹੋਈ। ਨਰਿਪ ਕੀ ਧਰ ਆਯੁਧ ਸੇਵ ਕਰੇ। ਫਿਰ ਆਯੁਧ ਨਾਮ ਸ਼ਸਤਰ ਦਾ ਹੈ, ਧਰ ਨਾਮ ਧਾਰਨ ਦਾ ਹੈ। ਅਰਥ ਵਾਸਤੇ ਆਯੁਧ ਧਾਰ, ਸ਼ਸਤਰ ਧਾਰ ਕਰਕੇ, ਭਾਵ ਸ਼ਸਤਰ ਹੱਥਾਂ ਵਿੱਚ ਪਕੜ ਕੇ ਨਰਿਪ ਕੀ ਸੇਵ ਕਰੇ। ਰਾਜੇ ਦੀ ਟਹਿਲ ਕਰੇ ਕਹੀਏ ਕੀਤੀ। ਫਿਰ ਮਨੁੱਖ ਨੇ ਕੀ ਕੀਤਾ ਕਿ ਸ਼ਸਤਰ ਧਾਰਨ ਕਰਕੇ, ਹੱਥ ਵਿੱਚ ਸ਼ਸਤਰ ਪਕੜ ਕੇ ਨਰਿਪ ਰਾਜੇ ਦੀ ਸੇਵਾ ਕੀਤੀ। ਫਿਰ ਸੰਗਰ ਮਾਹੇ ਸੁਅੰਗ ਤੋੜਾਈ। ਸੁਅੰਗ ਅਤੇ ਵੀ ਰਾਜਾ ਚਲੋ ਖੁਸ਼ ਹੋ ਕੋਈ ਮਾਇਆ ਦੇ ਦੂਗਾ, ਇੱਦਾਂ ਅੱਗੇ ਹੋ ਕੇ ਸ਼ਸਤਰ ਧਾਰ ਕੇ ਰਾਜੇ ਨੇ ਜਿਹੜੇ ਵਾਸਤੇ ਟਹਿਲ ਸੇਵਾ ਕੀਤੀ, ਉਹਦੀ ਮਦਦ ਕੀਤੀ, ਅੱਗੇ ਹੋ ਕੇ ਕੋਈ ਦੇ ਦੂਗਾ।
ਫਿਰ ਸੰਗਰ ਮਾਹੇ ਸੋ ਅੰਗ ਤੜਾਈ। ਫਿਰ ਉਹਦੀ ਖਾਤਰ ਸੰਗਰ ਜਿਹੜਾ ਯੁੱਧ ਹੈ, ਉਹ ਯੁੱਧ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਭੇੜ ਲੜ ਕੇ ਆਪਣੇ ਅੰਗ ਵੀ ਤੜਾ ਲਏ। ਸੋ ਅੰਗ ਜਿਹੜੇ ਆਪਣੇ ਅੰਗ ਆ, ਉਹ ਅੰਗ ਤੁੜਾਈ ਕਈਏ ਤੁੜਾ ਲਏ, ਲੜ ਕੇ ਭੇੜ ਕਈਏ ਭੇੜ ਕੇ ਲੜ ਕੇ, ਤਾਂ ਵੀ ਕੁਝ ਨਾ ਮਿਲਿਆ। ਕਿਉਂ ਨਹੀਂ ਮਿਲਿਆ? ਨਾ ਕੁਝ ਮਿਲਦਾ ਹੈ, ਨਾ ਮਿਲਿਆ ਹੈ, ਨਾ ਮਿਲ ਸਕੇਗਾ। ਕਿਉਂਕਿ ਕਵੀ ਜੀ ਲਿਖਦੇ ਆ, ਬਿਦ ਲੋਕ ਕਹਿ ਲਓ ਜਬ ਦੌਰ ਫੇਰੇ। ਭਾਵੇਂ ਕੋਈ ਇਸ ਲੋਕ ਤੋਂ ਲੈ ਕੇ ਬਿਦ ਲੋਕ ਕਹਿ ਲਓ, ਜਿਹੜਾ ਬਿਦ ਬ੍ਰਹਮਾ ਹੈ, ਬ੍ਰਹਮਾ ਦੇ ਲੋਕ ਬ੍ਰਹਮਪੁਰੀ ਲਓ ਕਹੀਏ ਤੱਕ ਵੀ, ਜਦ ਕਹੀਏ ਜਦੋਂ ਕਿ ਦੌਰ ਫਿਰੇ, ਭੱਜ ਕੇ ਫਿਰ ਆਵੇ ਦੌੜਦਾ ਫਿਰੇ। ਪਰ ਫੇਰ ਵੀ ਵੇਖ ਲਓ ਫਲ ਪਾਵਤ ਨਾ ਬਿਨ ਭਾਗ ਸਹਾਈ। ਜੇ ਸ੍ਰੇਸ਼ਟ ਭਾਗ, ਜੇ ਸ੍ਰੇਸ਼ਟ ਕਰਮ ਸਹਾਇਕ ਨਾ ਹੋਣ, ਭਾਗ ਸਹਾਈ, ਜੇ ਸ੍ਰੇਸ਼ਟ ਭਾਗ ਸਹਾਈ ਨਾ ਹੋਣ, ਤੇ ਇਹ ਭਾਗਾ ਸਹਾਈ ਹੋਣ ਤੋਂ ਬਿਨ ਬਗੈਰ ਕੋਈ ਵੀ ਫਲ ਪਾਵਤ ਨਾ, ਕੋਈ ਫਲ ਪ੍ਰਾਪਤ ਨਹੀਂ ਹੁੰਦਾ ਹੈ, ਕਰ ਨਹੀਂ ਸਕਦਾ। ਫਲ ਪਾਵਤ ਨਾ ਬਿਨ ਭਾਗ ਸਹਾਈ, ਫਲ ਪਾਉਂਦਾ ਨਹੀਂ ਹੈ ਬਿਨ ਭਾਗਾਂ ਦੇ ਸਹਾਈ ਹੋਣ ਤੋਂ। ਪਰ ਜੇ ਭਾਗ ਸਹਾਈ ਨਹੀਂ ਹੈ ਤੇ ਕੋਈ ਵੀ ਇਹ ਯਤਨ ਕੀਤਾ ਉਪਰੋਕਤ ਜੋ ਆਇਆ ਹੈ ਉਹ ਧਨ ਮਨੁੱਖ ਪ੍ਰਾਪਤ ਨਹੀਂ ਕਰ ਸਕਦਾ ਹੈ। ਦੋਹਰਾ ਬਿਨ ਭਾਗ ਜਗ ਸੁਖ ਕਹਾਂ, ਬਿਨਾ ਭਾਗ ਜਗ ਸੁਖ ਕਹਾਂ। ਹੇ ਭਾਈ, ਇਸ ਲਈ ਜਿਹੜੇ ਭਾਗ ਚੰਗੇ ਹੈ ਨਾ, ਕਿਉਂਕਿ ਭਾਗ ਮੰਦੇ ਚੰਗੇ ਭਾਗ ਹੀ ਹੁੰਦੇ, ਇੱਥੇ ਸ੍ਰੇਸ਼ਟ ਭਾਗ ਦਾ ਅਰਥ ਲੈਣਾ। ਸ੍ਰੇਸ਼ਟ ਭਾਗਾਂ ਤੋਂ ਬਿਨਾਂ ਬਗੈਰ ਜਗ ਸੰਸਾਰ ਵਿੱਚ ਸੁੱਖ ਕਹਾਂ ਕਹੀਏ ਭਾਈ, ਕਿੱਥੇ ਹੈ ਭਾਵ ਨਹੀਂ ਹੈ। ਮੋਖ ਕਹਾ ਨਰ ਹੋਏ, ਵੇ ਫਿਰ ਨਰ ਮਨੁੱਖ ਦੀ ਕਲਿਆਣ ਕਹਾਂ ਕਹੀਏ, ਕਿੱਥੇ ਹੋ ਸਕਦੀ ਭਾਵ। ਜਦੋਂ ਵਿਹਾਰ ਹੀ ਸਿੱਧ ਨਹੀਂ ਹੈ ਤਾਂ ਫਿਰ ਮੁਕਤੀ ਕਿੱਥੋਂ ਹੋ ਸਕਦੀ ਹੈ। ਭੋਗ ਮੋਖ ਨਰ ਜੋ ਚਾਹੈ, ਇਸ ਕਰਕੇ ਕਹਿੰਦੇ ਹੈ ਕਵੀ ਜੀ, ਜੋ ਜਿਹੜਾ ਨਰ ਮਨੁੱਖ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਭੋਗ ਪਦਾਰਥ, ਅੰਤ ਨੂੰ ਪਰਮਾਰਥ ਵਾਹਿਗੁਰੂ ਦੇ ਵਿੱਚ ਭੇਦ ਹੋਣ ਲਈ ਮੋਖ ਕੇਵਲ ਮੁਕਤੀ ਚਾਹੁੰਦਾ ਹੈ, ਚਾਹੇ ਕਹੀਏ ਚਾਹੁੰਦਾ ਹੈ, ਪੁੰਨ ਕਮਾਵੇ ਸੋਏ। ਭਾਈ ਉਹ ਜਿਹੜਾ ਹੈ ਮਨੁੱਖ ਪੁੰਨ ਕਰਮਾਂ ਨੂੰ ਕਮਾਉਣਾ ਕਰੇ ਤਾਂ ਦੇ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਲੋਕ ਪਰਲੋਕ ਸਵਰ ਜਾਏਗਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਵੇਗਾ। ਪੁੰਨ ਕਮਾਵੇ ਭਾਵ ਆਪਣੀ ਦੇਹ ਦਾ ਭਲਾ ਕਰੇ, ਨਾਮ ਜਪ ਕੇ ਸਿਮਰਨ ਕਰੇ, ਸੇਵਾ ਕਰੇ, ਫਿਰ ਸੁੱਖ ਕਮਾਵੇ, ਪੁੰਨ ਕਮਾਊਗਾ। ਅਮਰ ਜੀ ਕੀਤਿਆਂ ਦੁਨੀ ਵਿੱਚ ਸੇ ਦਰਗਾਹ ਉਗਾਹ, ਉਹ ਦਰਗਾਹ ਦੇ ਵਿੱਚ ਉਗਾਹ ਹੀ ਭਰਨਗੇ, ਜਿਸ ਕਰਕੇ ਲੋਕ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਇੱਥੇ ਜਿਹੜੇ ਹੈ 23 ਛੰਦ ਆਪਣੇ ਜਿਹੜੇ ਹੈ ਦੋਹਰੇ ਸਵਈਆਂ ਦੇ ਸਮੇਤ ਭਾਵ ਸਮਰਥ ਦੇ ਹੋ ਚੁੱਕੇ ਹਨ। ਕੱਲ੍ਹ ਤੋਂ ਜਿਹੜਾ ਹੈ 24ਵਾਂ ਇਹ ਸਵਈਆ ਹੈ ਪ੍ਰਾਰੰਭ ਕਰਾਂਗੇ। ਜਿਵੇਂ ਜਿਵੇਂ ਅੱਗੇ ਸਵਈਏ ਕਵੀ ਜੀ ਪਾਸੋਂ ਲਿਖੇ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਆਪਾਂ ਜਿਹੜਾ ਹੈ ਕਥਾ ਨੂੰ ਵਿਸ਼ਰਾਮ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।